ਹੈਲੋ ਸਟੂਡੈਂਟ, ਮੈਂ ਦਲਵੀਰ ਸਿੰਘ ਭੰਗੂ ਫਰੋਮ ਭੰਗੂ ਸੈਨਿਕ ਕੋਚਿੰਗ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਆਪਾਂ ਵਿਟਾਮਿਨ ਕਰਾਂਗੇ ਅੱਜ ਜੀ। ਵਿਟਾਮਿਨਸ ਬਾਰੇ ਪੜ੍ਹਾਂਗੇ ਆਪਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਵਿਟਾਮਿਨਸ ਬਾਰੇ। ਤਾਂ ਵਿਟਾਮਿਨ ਦੀ ਖੋਜ ਕਿਸ ਨੇ ਕੀਤੀ ਸੀ? ਵਿਟਾਮਿਨ ਦੀ ਖੋਜ ਕਿਹਨੇ ਜੀ? FUNK ਫੰਕ ਨੇ ਕੀਤੀ ਸੀ, ਠੀਕ ਹੈ ਜੀ। ਵਿਟਾਮਿਨ ਦੀ ਖੋਜ ਕਿਸ ਨੇ ਕੀਤੀ ਸੀਗੀ ਜੀ? ਫੰਕ ਨੇ ਕੀਤੀ ਸੀਗੀ। ਚਰਬੀ ਦੀ ਖੋਜ ਕਿਸ ਨੇ ਕੀਤੀ? ਚਰਬੀ ਦੀ ਖੋਜ ਬਸਾ ਨੇ ਕੀਤੀ ਸੀਗੀ, ਠੀਕ ਹੈ ਜੀ। ਬਸਾ ਨੇ ਚਰਬੀ ਦੀ ਖੋਜ ਕੀਤੀ ਸੀਗੀ। ਕੁੱਲ ਕਿੰਨੇ ਪ੍ਰਕਾਰ ਦੇ ਵਿਟਾਮਿਨ ਹਨ? ਕੁੱਲ 6 ਪ੍ਰਕਾਰ ਦੇ ਵਿਟਾਮਿਨ ਹੁੰਦੇ ਨੇ। ਯਾਦ ਰੱਖਿਓ, ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ। ਕੁੱਲ ਕਿੰਨੇ ਪ੍ਰਕਾਰ ਦੇ ਵਿਟਾਮਿਨ ਹੁੰਦੇ ਹਨ ਜੀ? 6 ਪ੍ਰਕਾਰ ਦੇ ਵਿਟਾਮਿਨ ਹੁੰਦੇ ਹਨ ਕੁੱਲ। ਵਿਟਾਮਿਨ ਕਿਹੜੇ ਕਿਹੜੇ ਹਨ? ਵਿਟਾਮਿਨ A, B, C, D, E ਅਤੇ K, ਠੀਕ ਹੈ ਜੀ। ਇੰਨੇ ਤਰ੍ਹਾਂ ਦੇ ਵਿਟਾਮਿਨ ਹੁੰਦੇ ਨੇ A, B, C, D, E ਅਤੇ K। ਇਹ ਵਿਟਾਮਿਨ ਨੇ ਜਿਹੜੇ ਮੁੱਖ ਤੌਰ 'ਤੇ ਹੁੰਦੇ ਹਨ, ਠੀਕ ਹੈ ਜੀ। ਮੁੱਖ ਤੌਰ 'ਤੇ ਵਿਟਾਮਿਨ 6 ਤਰ੍ਹਾਂ ਦੇ ਹੁੰਦੇ ਹਨ। ਪਰ ਦੇਖਿਆ ਜਾਵੇ ਵਿਟਾਮਿਨਸ ਬਹੁਤ ਤਰ੍ਹਾਂ ਦੇ ਹੁੰਦੇ ਨੇ, ਜਿਵੇਂ B1 ਹੋ ਗਿਆ, B5 ਹੋ ਗਿਆ, B12 ਹੋ ਗਿਆ ਨਾ, ਐਵੇਂ ਵੀ ਵਿਟਾਮਿਨਸ ਹੁੰਦੇ ਨੇ। ਪਰ ਜਿਹੜੇ ਮੇਨ ਨੇ, ਮੁੱਖ ਵਿਟਾਮਿਨ ਨੇ, ਉਹ ਕਿੰਨੇ ਤਰ੍ਹਾਂ ਦੇ ਨੇ? 6 ਤਰ੍ਹਾਂ ਦੇ ਨੇ। ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ, ਇਹ ਇੰਪੋਰਟੈਂਟ ਹੈ ਜੀ। ਇੱਕ A, B, C, D, E ਅਤੇ K, ਇਹ ਵਿਟਾਮਿਨਸ ਹੁੰਦੇ ਹਨ ਆਪਣੇ, ਠੀਕ ਹੈ। ਇਹ ਮੈਂ ਸਪੈਸ਼ਲੀ ਲਿਖਿਆ, ਦੇਖੋ ਇੱਧਰ, ਠੀਕ ਹੈ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਉਹ ਆਪਸ਼ਨ ਪੇਪਰ ਦੇ ਵਿੱਚ ਆਇਆ ਸੀਗਾ ਇੱਕ ਵਾਰੀ, ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਟਾਮਿਨ ਨਹੀਂ ਹੈ? ਉਹਨਾਂ ਨੇ ਆਪਸ਼ਨ A ਪਾਈ ਸੀਗੀ, B ਪਾਈ ਸੀਗੀ, F ਪਾਈ ਸੀਗੀ ਅਤੇ K ਪਾਈ ਸੀਗੀ। ਤਾਂ ਇਹਦੇ 'ਚ ਆਨਸਰ ਕਿਹੜਾ ਆਉਣਾ ਸੀਗਾ? F ਆਉਣਾ ਸੀਗਾ। F ਕਦੇ ਵੀ ਵਿਟਾਮਿਨ ਨਹੀਂ ਹੁੰਦਾ, ਠੀਕ ਹੈ। ਤਾਂ ਇਹ ਵਿਟਾਮਿਨ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ। ਵਿਟਾਮਿਨ A ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ, ਜਿਸ ਨੂੰ ਆਪਾਂ ਰਤੌਂਦੀ ਰੋਗ ਵੀ ਕਹਿੰਦੇ ਹਾਂ, ਠੀਕ ਹੈ ਜੀ। ਜਿਸ ਨੂੰ ਆਪਾਂ ਰਤੌਂਦੀ ਰੋਗ ਵੀ ਕਹਿੰਦੇ ਹਾਂ, ਜਿਹਨੂੰ ਆਪਾਂ ਮਾਇਓਪੀਆ ਵੀ ਕਹਿੰਦੇ ਹਾਂ, ਮਾਇਓਪੀਆ ਰੋਗ ਵੀ ਕਹਿੰਦੇ ਹਾਂ ਆਪਾਂ, ਠੀਕ ਹੈ ਜੀ। ਉਹ ਵਿਟਾਮਿਨ A ਦੀ ਕਮੀ ਨਾਲ ਹੁੰਦਾ ਹੈ। ਵਿਟਾਮਿਨ B ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ B ਦੀ ਕਮੀ ਨਾਲ ਬੇਰੀ ਰੋਗ ਹੁੰਦਾ ਹੈ। ਬੇਰੀ ਰੋਗ ਹੈ ਵਿਟਾਮਿਨ B ਦੀ ਕਮੀ ਨਾਲ ਹੁੰਦਾ ਹੈ। ਵਿਟਾਮਿਨ C ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ C ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ। ਸਕਰਵੀ, ਠੀਕ ਹੈ ਜੀ। C ਨਾਲ ਕਿਹੜਾ ਹੁੰਦਾ ਜੀ? ਸਕਰਵੀ ਰੋਗ ਹੁੰਦਾ ਹੈ। ਇਹ ਸਕਰਵੀ ਰੋਗ ਹੁੰਦਾ ਕੀ ਹੈ? ਜਿਹੜਾ ਸਕਰਵੀ ਰੋਗ ਹੈ, ਇਹ ਮਸੂੜਿਆਂ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ ਜੀ। ਮਸੂੜਿਆਂ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਕੁਐਸਚਨ ਇਹ ਆ ਜਾਂਦਾ ਹੈ ਵੀ ਮਸੂੜਿਆਂ ਤੋਂ ਖੂਨ ਵਗਣਾ ਕਿਹੜਾ ਰੋਗ ਹੋ ਜਾਂਦਾ ਹੈ? ਇਹ ਸਕਰਵੀ ਰੋਗ ਹੈ ਜੀ। ਵਿਟਾਮਿਨ C ਦੀ ਘਾਟ ਦੇ ਨਾਲ ਹੋ ਜਾਂਦਾ ਹੈ। ਵਿਟਾਮਿਨ D ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ D ਦੀ ਕਮੀ ਦੇ ਨਾਲ ਰਿਕਟਸ ਰੋਗ ਹੋ ਜਾਂਦਾ ਹੈ ਜੀ। ਕਿਹੜਾ ਜੀ? ਰਿਕਟਸ ਰੋਗ ਹੋ ਜਾਂਦਾ ਹੈ, ਜਿਹੜਾ ਕਿ ਹੱਡੀਆਂ ਨਾਲ ਸੰਬੰਧਿਤ ਹੁੰਦਾ ਹੈ ਜੀ, ਠੀਕ ਹੈ ਜੀ। ਜਿਹੜਾ ਕਿ ਹੱਡੀਆਂ ਨਾਲ ਸੰਬੰਧਿਤ ਹੁੰਦਾ ਹੈ, ਰਿਕਟਸ ਰੋਗ ਹੋ ਜਾਂਦਾ ਹੈ। ਵਿਟਾਮਿਨ E ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ E ਦੀ ਕਮੀ ਦੇ ਨਾਲ ਜਣਨ ਤੰਤਰ ਪ੍ਰਭਾਵਿਤ ਹੋ ਜਾਂਦਾ ਹੈ, ਜਿਹਨੂੰ ਆਪਾਂ ਤੰਤਰਿਕਾ ਤੰਤਰ ਵੀ ਕਹਿੰਦੇ ਹਾਂ। ਜਿਹਨੂੰ ਆਪਾਂ ਹਿੰਦੀ ਦੇ ਵਿੱਚ ਕੀ ਕਹਿੰਦੇ ਹਾਂ ਜੀ? ਤੰਤਰਿਕਾ ਤੰਤਰ ਕਹਿੰਦੇ ਹਾਂ ਆਪਾਂ, ਠੀਕ ਹੈ ਜੀ। ਹੁਣ ਜਿਹੜਾ ਇਹ ਰੋਗ ਹੈ ਜੀ, ਇਹ ਰੋਗ ਇਹਨੂੰ ਬਾਝਪਨ ਰੋਗ ਵੀ ਕਹਿੰਦੇ ਹਾਂ ਆਪਾਂ, ਬਾਝਪਨ ਰੋਗ ਵੀ ਕਹਿੰਦੇ ਆ। ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਜੀ? ਵਿਟਾਮਿਨ E ਦੀ ਕਮੀ ਦੇ ਨਾਲ ਹੋ ਜਾਂਦਾ ਹੈ ਇਹ ਰੋਗ ਹੈ। ਵਿਟਾਮਿਨ K ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ? ਵਿਟਾਮਿਨ K, ਜਿਹੜਾ ਵਿਟਾਮਿਨ K ਹੈ, ਜਿਹਦੇ ਨਾਲ ਕਿਹੜਾ ਰੋਗ ਹੋ ਜਾਂਦਾ ਜੀ? ਖੂਨ ਦਾ ਥੱਕਾ ਨਹੀਂ ਜਮਦਾ, ਖੂਨ ਦਾ ਥੱਕਾ, ਠੀਕ ਹੈ ਜੀ। ਖੂਨ ਦਾ ਥੱਕਾ ਨਹੀਂ ਜਮਦਾ, ਕਿਹੜੇ ਰੋਗ ਨਾਲ ਜੀ? ਵਿਟਾਮਿਨ K ਦੇ ਨਾਲ। ਹੁਣ ਜਿਹੜੀ ਬਲੱਡ ਕਲੋਟਿੰਗ ਹੈ ਉਹ ਨਹੀਂ ਹੁੰਦੀ ਜੀ। ਜਿਵੇਂ ਬਲੱਡ ਕਲੋਟਿੰਗ ਕੀ ਹੁੰਦੀ ਹੈ? ਜਦੋਂ ਕਿ ਸੱਟ ਲੱਗ ਜਾਂਦੀ ਹੈ ਕਿਸੇ ਦੇ, ਤਾਂ ਜਦੋਂ ਖੂਨ ਦੇ ਨਿਕਲਣਾ ਸ਼ੁਰੂ ਹੁੰਦਾ ਹੈ ਖੂਨ, ਤਾਂ ਕੁਛ ਸਮੇਂ ਬਾਅਦ ਨਾ ਖੂਨ ਆਪਣੇ ਆਪ ਐਟੋਮੈਟਿਕਲੀ ਰੁਕ ਜਾਂਦਾ ਹੈ। ਉਹ ਕਿਉਂ ਰੁਕਦਾ ਹੈ? ਕਿਉਂਕਿ ਜਦੋਂ ਖੂਨ ਨਿਕਲਦਾ ਹੁੰਦਾ ਹੈ, ਉੱਥੇ ਵਿਟਾਮਿਨ K ਦੀ ਸਹਾਇਤਾ ਨਾਲ ਉੱਥੇ ਕਲੋਟਿੰਗ ਹੋ ਜਾਂਦੀ ਹੈ, ਠੀਕ ਹੈ ਜੀ। ਗਾੜਾ ਖੂਨ ਹੋ ਜਾਂਦਾ ਹੈ, ਉਹਨੂੰ ਕੀ ਕਹਿੰਦੇ ਨੇ? ਥੱਕਾ ਕਹਿੰਦੇ ਨੇ ਉਹਨੂੰ। ਉਹ ਕੀ ਹੈ ਜੀ? ਜੇਕਰ ਉਹ ਕਿਸੇ ਵਿਅਕਤੀ ਦਾ ਨਹੀਂ ਜੰਮਦਾ ਤਾਂ ਸਮਝੋ ਕਿ ਉਹਦੇ ਕੋਲ ਵਿਟਾਮਿਨ K ਦੀ ਘਾਟ ਹੈ ਜੀ, ਠੀਕ ਹੈ ਜੀ। ਵਿਟਾਮਿਨ K ਦੀ ਘਾਟ ਹੈ। ਮੈਂ ਦੁਬਾਰੇ ਫਿਰ ਇਹ ਸਾਰੇ ਰਿਪੀਟ ਕਰ ਰਿਹਾ ਜੀ। A ਦੀ ਕਮੀ ਨਾਲ ਅੰਧਰਾਤਾ, ਇਹ ਤਾਂ ਵਿਟਾਮਿਨ A ਦੀ ਕਮੀ ਨਾਲ ਕਿਹੜਾ ਰੋਗ? ਅੰਧਰਾਤਾ, ਰਤੌਂਦੀ ਜਾਂ ਮਾਇਓਪੀਆ। ਵਿਟਾਮਿਨ B ਦੀ ਕਮੀ ਨਾਲ ਬੇਰੀ ਰੋਗ ਹੋ ਜਾਂਦਾ ਹੈ। ਵਿਟਾਮਿਨ C ਦੀ ਕਮੀ ਦੇ ਨਾਲ ਸਕਰਵੀ ਰੋਗ ਹੋ ਜਾਂਦਾ ਹੈ। ਸਕਰਵੀ ਰੋਗ ਹੁੰਦਾ ਹੈ ਜੀ, ਉਹ ਮਸੂੜਿਆਂ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਵਿਟਾਮਿਨ D ਦੀ ਕਮੀ ਦੇ ਨਾਲ ਰਿਕਟਸ ਰੋਗ ਹੋ ਜਾਂਦਾ ਹੈ। ਰਿਕਟਸ, ਠੀਕ ਹੈ ਜੀ, ਹੱਡੀਆਂ ਨਾਲ ਸੰਬੰਧਿਤ ਹੁੰਦਾ ਹੈ ਜਿਹੜਾ ਜੀ।
ਰਿਕਟਸ ਰੋਗ ਹੱਡੀਆਂ ਨਾਲ ਸੰਬੰਧਿਤ ਹੁੰਦਾ। ਵਿਟਾਮਿਨ ਈ ਦੀ ਕਮੀ ਨਾਲ ਜਨਨ ਤੰਤਰ ਪ੍ਰਭਾਵਿਤ ਹੋ ਜਾਂਦਾ ਹੈ, ਜਿਹਨੂੰ ਬਾਝਪਨ ਕਹਿੰਦੇ ਆ। ਵਿਟਾਮਿਨ ਕੇ ਦੀ ਕਮੀ ਨਾਲ ਖੂਨ ਦਾ ਥੱਕਾ ਨਹੀਂ ਜੰਮਦਾ, ਠੀਕ ਹੈ ਜੀ, ਖੂਨ ਦਾ ਥੱਕਾ ਨਹੀਂ ਜੰਮਦਾ, ਉਹ ਕਿਹੜਾ ਜੀ, ਵਿਟਾਮਿਨ ਕੇ ਦੀ ਕਮੀ ਦੇ ਨਾਲ ਹੋ ਜਾਂਦਾ ਹੈ। ਵਿਟਾਮਿਨ ਸੀ ਸਭ ਤੋਂ ਜ਼ਿਆਦਾ ਕਿਸ ਤੋਂ ਮਿਲਦਾ ਹੈ? ਵਿਟਾਮਿਨ ਸੀ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਖੱਟੀਆਂ ਚੀਜ਼ਾਂ ਤੋਂ ਮਿਲਦਾ ਹੈ, ਖੱਟੀਆਂ ਚੀਜ਼ਾਂ ਤੋਂ। ਖੱਟੀਆਂ ਚੀਜ਼ਾਂ, ਹੁਣ ਖੱਟੀਆਂ ਚੀਜ਼ਾਂ ਦਾ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹਨ, ਤਾਂ ਸਭ ਤੋਂ ਜ਼ਿਆਦਾ ਜਿਹੜਾ ਵਿਟਾਮਿਨ ਸੀ ਹੈ ਉਹ ਆਮਲੇ ਤੋਂ ਮਿਲਦਾ ਜੀ, ਆਮਲੇ ਤੋਂ, ਠੀਕ ਹੈ ਜੀ, ਆਮਲੇ ਤੋਂ ਸਭ ਤੋਂ ਜ਼ਿਆਦਾ ਮਿਲਦਾ। ਖੱਟੀਆਂ ਚੀਜ਼ਾਂ ਤੋਂ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਮਿਲਦਾ ਹੈ। ਵਿਟਾਮਿਨ ਡੀ ਸਭ ਤੋਂ ਜ਼ਿਆਦਾ ਕਿੱਥੋਂ ਮਿਲਦਾ ਹੈ? ਵਿਟਾਮਿਨ ਡੀ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਸੂਰਜ ਤੋਂ, ਸੂਰਜ ਦੀ ਰੋਸ਼ਨੀ ਤੋਂ ਜਾਂ ਮੱਛੀ ਦੇ ਤੇਲ ਤੋਂ ਮਿਲਦਾ ਹੈ, ਠੀਕ ਹੈ ਜੀ, ਸੂਰਜ ਦੀ ਰੋਸ਼ਨੀ ਤੋਂ ਜਾਂ ਮੱਛੀ ਦੇ ਤੇਲ ਤੋਂ ਮਿਲਦਾ ਹੈ, ਯਾਦ ਰੱਖਿਓ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਕੁਛ ਕੁਐਸਚਨ ਹੋਰ ਕਰਦੇ ਹਾਂ ਆਪਾਂ। ਤਾਂ ਹੋਰ ਕੁਐਸਚਨ ਕਿਹੜੇ ਨੇ? ਕਹਿੰਦਾ ਵਿਟਾਮਿਨ ਏ ਸਭ ਤੋਂ ਜ਼ਿਆਦਾ ਕਿਹੜੇ ਪਦਾਰਥ ਵਿੱਚ ਪਾਇਆ ਜਾਂਦਾ ਹੈ? ਵਿਟਾਮਿਨ ਏ, ਜਿਹੜਾ ਵਿਟਾਮਿਨ ਏ ਹੈ ਸਭ ਤੋਂ ਜ਼ਿਆਦਾ ਗਾਜਰ ਵਿੱਚ ਪਾਇਆ ਜਾਂਦਾ ਹੈ, ਠੀਕ ਹੈ ਜੀ, ਗਾਜਰ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਹੈ ਸਭ ਤੋਂ ਜ਼ਿਆਦਾ ਜੀ। ਉਸ ਤੋਂ ਬਾਅਦ ਕਹਿੰਦੇ ਚਾਵਲਾਂ ਦੀ ਪੋਲਿਸ਼ ਕਰਨ ਲਈ ਕਿਹੜਾ ਵਿਟਾਮਿਨ ਨਸ਼ਟ ਹੋ ਜਾਂਦਾ ਹੈ? ਜਦੋਂ ਚਾਵਲਾਂ ਦੀ ਪੋਲਿਸ਼ ਹੁੰਦੀ ਹੈ ਤਾਂ ਕਿਹੜਾ ਵਿਟਾਮਿਨ ਨਸ਼ਟ ਹੋ ਜਾਂਦਾ ਹੈ? ਤਾਂ ਜਦੋਂ ਚਾਵਲਾਂ ਦੀ ਪੋਲਿਸ਼ ਹੁੰਦੀ ਹੈ ਤਾਂ ਵਿਟਾਮਿਨ ਬੀ ਕੀ ਹੋ ਜਾਂਦਾ ਜੀ, ਨਸ਼ਟ ਹੋ ਜਾਂਦਾ ਹੈ, ਠੀਕ ਹੈ ਜੀ, ਬੀ ਨਸ਼ਟ ਹੋ ਜਾਂਦਾ ਹੈ, ਠੀਕ ਹੈ ਜੀ। ਬੇਰੀ ਰੋਗ ਹੈ ਜਿਹੜਾ ਉਹ ਸਰੀਰ ਦੇ ਕਿਸ ਅੰਗ ਨਾਲ ਸੰਬੰਧਿਤ ਹੈ ਜੀ? ਉਹ ਸਰੀਰ ਦੇ ਤੰਤਰ ਤੰਤਰਿਕਾ ਅਤੇ ਹਿਰਦਿਆ ਦੇ ਨਾਲ ਸੰਬੰਧਿਤ ਹੁੰਦਾ ਹੈ ਜੀ। ਸਰਦੀ ਵਿੱਚ ਜ਼ੁਕਾਮ ਠੀਕ ਕਰਨ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ? ਸਰਦੀ ਵਿੱਚ ਜਿਹੜਾ ਜ਼ੁਕਾਮ ਹੋ ਜਾਂਦਾ ਹੈ ਉਸ ਨੂੰ ਠੀਕ ਕਰਨ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ ਜੀ? ਵਿਟਾਮਿਨ ਸੀ, ਠੀਕ ਹੈ ਜੀ, ਵਿਟਾਮਿਨ ਸੀ ਹੁੰਦਾ ਹੈ। ਜਦੋਂ ਸਰਦੀਆਂ ਦੇ ਵਿੱਚ ਕਿਸੇ ਨੂੰ ਜ਼ੁਕਾਮ ਹੋ ਜਾਂਦਾ ਹੈ ਤਾਂ ਵਿਟਾਮਿਨ ਸੀ ਲੈ ਲੈਣਾ ਚਾਹੀਦਾ ਹੈ, ਤਾਂ ਉਹ ਜ਼ੁਕਾਮ ਸਹੀ ਹੋ ਜਾਂਦਾ ਹੈ। ਭੋਜਨ ਪਕਾਉਂਦੇ ਸਮੇਂ ਸਭ ਤੋਂ ਜ਼ਿਆਦਾ ਕੀ ਚੀਜ਼ ਨਸ਼ਟ ਹੁੰਦਾ ਹੈ ਜੀ? ਭੋਜਨ ਪਕਾਉਂਦੇ ਸਮੇਂ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਨਸ਼ਟ ਹੁੰਦਾ ਹੈ ਜੀ, ਵਿਟਾਮਿਨ ਸੀ ਨਸ਼ਟ ਹੁੰਦਾ ਹੈ ਅਤੇ ਪ੍ਰੋਟੀਨ ਨਸ਼ਟ ਹੋ ਜਾਂਦਾ ਹੈ ਜੀ, ਠੀਕ ਹੈ ਜੀ, ਪ੍ਰੋਟੀਨ ਨਸ਼ਟ ਹੋ ਜਾਂਦਾ ਹੈ। ਕਲੀਅਰ ਹੈ ਜੀ। ਉਸ ਤੋਂ ਬਾਅਦ ਅਗਲੇ ਕੁਐਸਚਨ 'ਤੇ ਚੱਲਦੇ ਹਾਂ ਆਪਾਂ ਜੀ। ਭੋਜਨ ਪਕਾਉਂਦੇ ਸਮੇਂ ਸਭ ਤੋਂ ਜ਼ਿਆਦਾ ਕਿਹੜਾ ਵਿਟਾਮਿਨ ਹੁੰਦਾ ਜੀ? ਵਿਟਾਮਿਨ ਸੀ ਨਸ਼ਟ ਹੋ ਜਾਂਦਾ ਹੈ, ਠੀਕ ਹੈ ਜੀ। ਸਨਸਾਈਨ ਜਿਹੜਾ ਸੂਰਜ ਨਾਲ ਸੰਬੰਧਿਤ ਵਿਟਾਮਿਨ ਹੈ ਉਹ ਕਿਹੜਾ ਹੈ? ਸੂਰਜ ਨਾਲ ਸੰਬੰਧਿਤ ਵਿਟਾਮਿਨ ਹੈ ਵਿਟਾਮਿਨ ਡੀ, ਵਿਟਾਮਿਨ ਡੀ ਹੈ, ਸੂਰਜ ਨਾਲ ਸੰਬੰਧਿਤ ਹੈ, ਜਿਸ ਨੂੰ ਸਨਸਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ। ਵਿਟਾਮਿਨ ਕੇ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ ਹੈ? ਵਿਟਾਮਿਨ ਕੇ ਹੈ ਜਿਹੜਾ ਸਭ ਤੋਂ ਜ਼ਿਆਦਾ ਉਹ ਹਰੀ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ, ਠੀਕ ਹੈ ਜੀ, ਹਰੀ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ ਜੀ। ਕਲੀਅਰ ਹੈ ਜੀ। ਉਸ ਤੋਂ ਅੱਗੇ ਚੱਲਦੇ ਹਾਂ ਆਪਾਂ। ਪ੍ਰੋਟੀਨ ਦਾ ਪਾਚਨ ਹੈ ਜਿਹੜਾ ਪ੍ਰੋਟੀਨ ਦਾ ਪਾਚਨ ਹੈ ਉਹ ਕਿਹੜਾ ਐਂਜ਼ਾਈਮ ਕਰਦਾ ਹੈ ਜੀ? ਉਹ ਕਿਹੜਾ ਐਂਜ਼ਾਈਮ ਕਰਦਾ? ਉਹ ਟ੍ਰਿਪਸਨ ਕਰਦਾ ਜੀ, ਠੀਕ ਹੈ ਜੀ, ਟ੍ਰਿਪਸਨ, ਯਾਦ ਰੱਖਿਓ ਜੀ, ਟ੍ਰਿਪਸਨ। ਇਹ ਜਿਹੜਾ ਵਿਟਾਮਿਨ ਹੈ ਇਹ ਸਭ ਤੋਂ ਜ਼ਿਆਦਾ ਪ੍ਰੋਟੀਨ ਦਾ ਪਾਚਨ ਕਰਦਾ ਹੈ। ਕਲੀਅਰ ਹੈ ਜੀ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਦੇ ਉੱਤੇ। ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ? ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਨੇ ਜਿਹੜੇ ਉਹ ਵਿਟਾਮਿਨ ਬੀ ਅਤੇ ਸੀ ਨੇ ਜਿਹੜੇ ਪਾਣੀ ਵਿੱਚ ਘੁਲਦੇ ਹਨ, ਠੀਕ ਹੈ ਜੀ। ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਜੀ? ਵਿਟਾਮਿਨ ਬੀ ਅਤੇ ਸੀ ਨੇ ਜਿਹੜੇ ਪਾਣੀ ਵਿੱਚ ਘੁਲਦੇ ਹਨ। ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ? ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਏ, ਡੀ, ਈ ਅਤੇ ਕੇ, ਠੀਕ ਹੈ ਜੀ। ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਜੀ? ਵਿਟਾਮਿਨ ਏ, ਡੀ, ਈ ਅਤੇ ਕੇ। ਦੇਖੋ 6 ਤਰ੍ਹਾਂ ਦੇ ਵਿਟਾਮਿਨ ਹੋ ਗਏ, ਏ, ਡੀ, ਈ, ਕੇ ਕਾਹਦੇ 'ਚ? ਚਰਬੀ 'ਚ ਘੁਲਦੇ ਨੇ ਜੀ। ਪਾਣੀ ਵਿੱਚ ਵਿਟਾਮਿਨ ਬੀ ਅਤੇ ਸੀ ਘੁਲਦੇ ਹਨ। ਕਲੀਅਰ, ਬੀ ਅਤੇ ਸੀ ਕਾਹਦੇ 'ਚ ਜੀ? ਪਾਣੀ ਵਿੱਚ ਘੁਲਦੇ ਹਨ। ਆਇਓਡੀਨ ਦਾ ਮੁੱਖ ਸਰੋਤ ਕੀ ਹੈ? ਆਇਓਡੀਨ ਦਾ ਮੁੱਖ ਸਰੋਤ ਕਿਹੜਾ ਜੀ? ਸਮੁੰਦਰੀ ਘਾਹ। ਆਇਓਡੀਨ ਦਾ ਮੁੱਖ ਸਰੋਤ ਕੀ ਹੈ ਜੀ? ਸਮੁੰਦਰੀ ਘਾਹ ਹੈ ਜਿਹੜਾ ਉਹ ਆਇਓਡੀਨ ਦਾ ਮੁੱਖ ਸਰੋਤ ਹੈ ਜੀ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ। ਆਇਓਡੀਨ ਦਾ ਮੁੱਖ ਸਰੋਤ ਸਮੁੰਦਰੀ ਘਾਹ ਹੈ ਜੀ। ਪ੍ਰੋਟੀਨ ਦਾ ਮੁੱਖ ਸਰੋਤ ਕੀ ਹੈ? ਪ੍ਰੋਟੀਨ ਦਾ ਜਿਹੜਾ ਮੁੱਖ ਸਰੋਤ ਹੈ ਉਹ ਸੋਆਬੀਨ ਹੈ ਜੀ, ਠੀਕ ਹੈ ਜੀ, ਸੋਆਬੀਨ ਹੈ ਪ੍ਰੋਟੀਨ ਦਾ ਮੁੱਖ ਸਰੋਤ। ਦਮਾ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ? ਦਮਾ ਫੇਫੜੇ ਨੂੰ ਪ੍ਰਭਾਵਿਤ ਕਰ ਦਿੰਦਾ ਹੈ, ਠੀਕ ਹੈ ਜੀ। ਦਮਾ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਜੀ? ਫੇਫੜਿਆਂ ਨੂੰ ਦਮਾ ਪ੍ਰਭਾਵਿਤ ਕਰਦਾ ਹੈ। ਪੀਲੀਆ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ? ਪੀਲੀਆ ਜਿਹੜਾ ਉਹ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ, ਲੀਵਰ ਨੂੰ। ਕਿਸ ਨੂੰ ਜੀ? ਲੀਵਰ ਨੂੰ ਪ੍ਰਭਾਵਿਤ ਕਰਦਾ, ਜਿਹਨੂੰ ਯਕਰਤ ਕਹਿੰਦੇ ਹਨ, ਜਿਹਨੂੰ ਕੀ ਕਹਿੰਦੇ ਨੇ? ਯਕਰਤ ਕਹਿੰਦੇ ਹਨ। ਪਾਇਰੀਆ ਰੋਗ ਦਾ ਸੰਬੰਧ ਕਿਸ ਨਾਲ ਹੈ? ਪਾਇਰੀਆ ਰੋਗ ਦਾ ਸੰਬੰਧ ਦੰਦਾਂ ਨਾਲ ਹੈ ਜੀ, ਠੀਕ ਹੈ ਜੀ, ਦੰਦਾਂ ਨਾਲ ਜਿਹੜਾ ਪਾਇਰੀਆ ਰੋਗ ਦਾ ਸੰਬੰਧ ਹੈ। ਰੈਬੀਜ਼ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਸੀ? ਰੈਬੀਜ਼ ਦੇ ਟੀਕੇ ਦੀ ਖੋਜ ਲੂਇਸ ਪਾਸਚਰ ਨੇ ਕੀਤੀ ਸੀ। ਲੂਇਸ ਪਾਸਚਰ ਨੇ ਰੈਬੀਜ਼ ਦੇ ਟੀਕੇ ਦੀ ਖੋਜ ਕੀਤੀ ਸੀ। ਕੁੱਤੇ ਦੇ ਕੱਟਣ ਨਾਲ ਕਿਹੜਾ ਰੋਗ ਹੁੰਦਾ ਹੈ? ਕੁੱਤੇ ਦੇ ਕੱਟਣ ਨਾਲ ਰੈਬੀਜ਼ ਰੋਗ ਹੋ ਜਾਂਦਾ ਹੈ, ਜਿਸ ਨੂੰ ਆਪਾਂ ਹਲਕਾ ਰੋਗ ਵੀ ਕਹਿੰਦੇ ਹਾਂ, ਠੀਕ ਹੈ ਜੀ।
ਜਿਸ ਨੂੰ ਆਪਾਂ ਹਲਕਾ ਰੋਗ ਵੀ ਕਹਿੰਦੇ ਹਾਂ, ਰੈਬੀਜ਼ ਰੋਗ ਵੀ ਹੋ ਜਾਂਦਾ ਹੈ। ਹੈਜਾ ਅਤੇ ਟਾਈਫਾਇਡ ਨਾਲ ਕੀ ਪ੍ਰਭਾਵਿਤ ਹੁੰਦਾ ਹੈ? ਹੈਜਾ ਅਤੇ ਟਾਈਫਾਇਡ ਦੇ ਨਾਲ ਆਂਤ ਪ੍ਰਭਾਵਿਤ ਹੋ ਜਾਂਦੀ ਹੈ। ਠੀਕ ਹੈ ਜੀ, ਜਿਹੜੀਆਂ ਆਪਣੀਆਂ ਅੰਤੜੀਆਂ ਨੇ ਉਹ ਪ੍ਰਭਾਵਿਤ ਹੁੰਦੀਆਂ ਨੇ ਜਦੋਂ ਹੈਜਾ ਅਤੇ ਟਾਈਫਾਇਡ ਹੋ ਜਾਵੇ। ਪਲੇਗ ਨਾਲ ਕੀ ਪ੍ਰਭਾਵਿਤ ਹੁੰਦਾ? ਪਲੇਗ ਨਾਲ ਫੇਫੜੇ, ਪਲੇਗ ਨਾਲ ਕੀ ਪ੍ਰਭਾਵਿਤ ਹੋ ਜਾਂਦਾ ਜੀ? ਫੇਫੜੇ ਪ੍ਰਭਾਵਿਤ ਹੁੰਦਾ ਹੈ। ਪਲੇਗ ਕਿਵੇਂ ਫੈਲਦਾ ਜੀ? ਪਲੇਗ ਚੂਹਿਆਂ ਨਾਲ ਫੈਲਦਾ ਹੈ ਜੀ। ਯਾਦ ਰੱਖਿਓ, ਜਿਹੜਾ ਪਲੇਗ ਹੈ ਜੀ ਉਹ ਚੂਹਿਆਂ ਨਾਲ ਫੈਲਦਾ ਹੈ, ਉਹਦੇ ਨਾਲ ਫੇਫੜੇ ਪ੍ਰਭਾਵਿਤ ਹੋ ਜਾਂਦੇ ਹਨ। ਨਿਮੋਨੀਆ ਨਾਲ ਕੀ ਪ੍ਰਭਾਵਿਤ ਹੁੰਦਾ? ਨਿਮੋਨੀਆ ਨਾਲ ਫੇਫੜੇ ਪ੍ਰਭਾਵਿਤ ਹੁੰਦੇ ਹਨ। ਠੀਕ ਹੈ ਜੀ, ਨਿਮੋਨੀਆ ਨਾਲ ਵੀ ਕੀ ਪ੍ਰਭਾਵਿਤ ਹੁੰਦਾ ਜੀ? ਫੇਫੜੇ ਪ੍ਰਭਾਵਿਤ ਹੁੰਦੇ ਹਨ। ਜਿਹੜੇ ਰੋਗ ਹਵਾ ਰਾਹੀਂ ਫੈਲਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹਵਾ ਰਾਹੀਂ, ਜਿਹੜੇ ਰੋਗ ਹਵਾ ਰਾਹੀਂ ਫੈਲਦੇ ਹਨ ਉਹਨਾਂ ਨੂੰ ਜੀਵਾਣੂ ਰੋਗ ਕਿਹਾ ਜਾਂਦਾ ਹੈ ਜੀ। ਜੀਵਾਣੂ ਰੋਗ, ਠੀਕ ਹੈ ਜੀ, ਯਾਦ ਰੱਖਿਓ ਉਹ ਕਿਹੜੇ ਰੋਗ ਨੇ? ਜੀਵਾਣੂ ਰੋਗ ਨੇ ਜਿਹੜੇ ਹਵਾ ਰਾਹੀਂ ਫੈਲਦੇ ਹਨ। ਜਿਵੇਂ ਕਿ ਜੀਵਾਣੂ ਰੋਗ ਕਿਹੜੇ ਕਿਹੜੇ ਹੋ ਗਏ ਹਵਾ ਰਾਹੀਂ? ਤੁਸੀਂ ਕੀ ਸਮਝਦੇ ਹੋ ਹਵਾ ਰਾਹੀਂ? ਸਮਝਦੇ ਹੋ ਜਿਵੇਂ ਕੋਈ ਵਿਅਕਤੀ ਜਿਸ ਨੂੰ TB ਹੋਈ ਹੋਵੇ, ਠੀਕ ਹੈ, ਉਹ ਖੰਘ ਰਿਹਾ ਹੈ ਤਾਂ ਆਪ ਤਾਂ ਉਹ ਖੰਘ ਕੇ ਚਲਿਆ ਗਿਆ, ਪਰ ਜਦੋਂ ਕੋਈ ਹੋਰ ਵਿਅਕਤੀ ਉੱਥੇ ਆਏਗਾ ਤਾਂ ਉੱਥੇ ਆ ਕੇ ਸਾਹ ਲਏਗਾ ਤਾਂ ਉਸ ਵਿਅਕਤੀ ਨੂੰ ਵੀ TB ਹੋਣ ਦੇ ਚਾਂਸ ਵੱਧ ਜਾਂਦੇ ਹਨ। ਠੀਕ ਹੈ ਜੀ, ਇਹ ਹੁੰਦੇ ਨੇ ਜੀ ਕਿਹੜੇ ਰੋਗ ਜੀ? ਜੀਵਾਣੂ ਰੋਗ ਹੁੰਦੇ ਹਨ। ਕਹਿੰਦੇ ਜਿਹੜੇ ਰੋਗ ਸੰਪਰਕ ਰਾਹੀਂ ਫੈਲਦੇ ਹਨ। ਸੰਪਰਕ ਕੀ ਹੁੰਦੇ? ਜਿਹੜੇ ਰੋਗ ਟੱਚ ਰਾਹੀਂ ਫੈਲਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਜਿਹੜੇ ਰੋਗ ਸੰਪਰਕ ਰਾਹੀਂ ਫੈਲਦੇ ਹਨ ਉਹਨਾਂ ਨੂੰ ਵਿਸ਼ਾਣੂ ਰੋਗ ਕਿਹਾ ਜਾਂਦਾ ਜੀ। ਵਿਸ਼ਾਣੂ ਰੋਗ ਕਿਹਾ ਜਾਂਦਾ ਹੈ। ਕਲੀਅਰ ਹੈ ਜੀ, ਜਿਹੜੇ ਰੋਗ ਸੰਪਰਕ ਰਾਹੀਂ ਫੈਲਦੇ ਹਨ ਉਹਨਾਂ ਨੂੰ ਕਿਹੜਾ ਰੋਗ ਕਿਹਾ ਜਾਂਦਾ ਜੀ? ਵਿਸ਼ਾਣੂ ਰੋਗ ਕਿਹਾ ਜਾਂਦਾ ਹੈ। ਏਡਜ਼ ਕਿਹੜਾ ਰੋਗ ਹੈ? ਏਡਜ਼ ਇੱਕ ਵਿਸ਼ਾਣੂ ਰੋਗ ਹੈ ਜਿਹੜਾ ਸੰਪਰਕ ਰਾਹੀਂ ਫੈਲਦਾ ਹੈ, ਜਿਹੜਾ ਟੱਚ ਰਾਹੀਂ ਫੈਲਦਾ ਹੈ, ਅਤੇ ਇਹਦਾ ਜਿਹੜਾ ਵਾਇਰਸ ਉਹਦਾ ਨਾਮ ਕੀ ਹੈ ਜੀ? HIV। ਠੀਕ ਹੈ ਜੀ, HIV ਉਹਦੇ ਵਾਇਰਸ ਦਾ ਨਾਮ ਹੈ। ਚਿਕਨਗੁਨੀਆ ਕਿਸ ਰਾਹੀਂ ਫੈਲਦਾ ਹੈ? ਚਿਕਨਗੁਨੀਆ ਜਿਹੜਾ ਉਹ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੀ। ਠੀਕ ਹੈ ਜੀ, ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਚੇਚਕ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਸੀ? ਚੇਚਕ ਦੇ ਟੀਕੇ ਦੀ ਖੋਜ ਐਡਵਰਡ ਜੇਨਰ ਨੇ ਕੀਤੀ ਸੀ। ਐਡਵਰਡ ਜੇਨਰ ਨੇ, ਠੀਕ ਹੈ ਜੀ, ਚੇਚਕ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਸੀਗੀ? ਐਡਵਰਡ ਜੇਨਰ ਨੇ। TB ਬੈਕਟੀਰੀਆ ਦੀ ਖੋਜ ਕਿਸ ਨੇ ਕੀਤੀ ਸੀ? TB ਬੈਕਟੀਰੀਆ ਦੀ ਖੋਜ ਰੋਬਰਟ ਹੁੱਕ ਨੇ ਕੀਤੀ ਸੀ। ਠੀਕ ਹੈ ਜੀ, ਰੋਬਰਟ ਹੁੱਕ ਨੇ TB ਦੀ ਖੋਜ ਕੀਤੀ ਸੀ। ਪੈਨਸਲੀਨ ਦੀ ਖੋਜ ਕਿਸ ਨੇ ਕੀਤੀ ਸੀ? ਪੈਨਸਲੀਨ ਦੀ ਖੋਜ ਅਲੈਗਜੈਂਡਰ ਫਲੇਮਿੰਗ ਦੁਆਰਾ ਕੀਤੀ ਗਈ ਸੀ। ਠੀਕ ਹੈ ਜੀ, ਅਲੈਗਜੈਂਡਰ ਫਲੇਮਿੰਗ ਦੁਆਰਾ ਕੀਤੀ ਗਈ ਸੀਗੀ ਪੈਨਸਲੀਨ ਦੀ ਖੋਜ। ਠੀਕ ਹੈ ਜੀ, ਪੈਨਸਲੀਨ ਦੀ ਖੋਜ ਅਲੈਗਜੈਂਡਰ ਫਲੇਮਿੰਗ ਮੋਸਟ ਇੰਪੋਰਟੈਂਟ ਹੈ ਜੀ, ਇਹ ਯਾਦ ਹੋਣਾ ਚਾਹੀਦਾ ਤੁਹਾਨੂੰ। ਅਲੈਗਜੈਂਡਰ ਫਲੇਮਿੰਗ ਦੁਆਰਾ ਪੈਨਸਲੀਨ ਦੀ ਖੋਜ ਕੀਤੀ ਗਈ ਸੀਗੀ। ਉਸ ਤੋਂ ਬਾਅਦ ਇਹ ਵੀ ਇੰਪੋਰਟੈਂਟ ਹੈ ਜੀ। ਠੀਕ ਹੈ, ਵਿਟਾਮਿਨਾਂ ਦੇ ਰਸਾਇਣਿਕ ਨਾਮ, ਕੈਮੀਕਲ ਨੇਮਸ। ਠੀਕ ਹੈ ਜੀ, ਜਿਹੜੇ ਵਿਟਾਮਿਨਾਂ ਦੇ ਰਸਾਇਣਿਕ ਨਾਮ ਨੇ ਆਪਾਂ ਕਰਦੇ ਹਾਂ ਜੀ ਉਹ। ਵਿਟਾਮਿਨ A ਦਾ ਰਸਾਇਣਿਕ ਨਾਮ ਕੀ ਹੈ ਜੀ? ਰੈਟੀਨਲ। ਵਿਟਾਮਿਨ B ਦਾ ਜਿਹੜਾ ਰਸਾਇਣਿਕ ਨਾਮ ਹੈ ਉਹ ਜੀ ਥਾਈਮਨ ਹੈ। ਠੀਕ ਹੈ ਜੀ, ਥਾਈਮਨ। ਵਿਟਾਮਿਨ B ਦਾ ਕੀ ਹੈ ਜੀ? ਥਾਈਮਨ। ਵਿਟਾਮਿਨ C ਦਾ ਜਿਹੜਾ ਰਸਾਇਣਿਕ ਨਾਮ ਹੈ ਉਹ ਅਸਕਾਰਬਿਕ ਅਮਲ ਹੈ ਜੀ, ਅਸਕਾਰਬਿਕ ਅਮਲ ਹੈ। ਵਿਟਾਮਿਨ D ਦਾ ਰਸਾਇਣਿਕ ਨਾਮ ਕੀ ਹੈ ਜੀ? ਕੈਲਸੀਫੋਰਾਲ ਹੈ ਜਿਹੜਾ ਵਿਟਾਮਿਨ D ਦਾ ਰਸਾਇਣਿਕ ਨਾਮ ਹੈ। ਵਿਟਾਮਿਨ E ਦਾ ਰਸਾਇਣਿਕ ਨਾਮ ਹੈ ਉਹ ਜੀ ਟੈਕੋਫੋਰਾਲ। ਠੀਕ ਹੈ ਜੀ, ਟੈਕੋਫੇਰਾਲ ਹੈ ਜਿਹੜਾ ਉਹ ਵਿਟਾਮਿਨ E ਦਾ ਰਸਾਇਣਿਕ ਨਾਮ ਹੈ। ਵਿਟਾਮਿਨ K ਦਾ ਜਿਹੜਾ ਰਸਾਇਣਿਕ ਨਾਮ ਹੈ ਉਹ ਫਿਲੋਕਿਬਨੋਨ ਹੈ। ਠੀਕ ਹੈ ਜੀ, ਫਿਲੋਕਿਬਨੋਨ ਹੈ ਜਿਹੜਾ ਉਹ ਵਿਟਾਮਿਨ K ਦਾ ਰਸਾਇਣਿਕ ਨਾਮ ਹੈ ਜੀ। ਕਲੀਅਰ ਹੈ ਸਾਰਿਆਂ ਨੂੰ ਜੀ। ਉਸ ਤੋਂ ਬਾਅਦ ਹੁਣ ਇਹ ਯਾਦ ਐਵੇਂ ਨਹੀਂ ਰਹਿਣਗੇ ਜੀ, ਇਹਨਾਂ ਨੂੰ ਮੈਂ ਇੱਕ ਟ੍ਰਿਕ ਦੱਸਦਾ ਤੁਹਾਨੂੰ ਯਾਦ ਕਰਨ ਦੀ, ਤਾਂ ਤੁਸੀਂ ਉਹ ਟ੍ਰਿਕ ਯਾਦ ਕਰ ਲਿਓ ਜੀ। ਤਾਂ ਇੱਕ ਸ਼ਬਦ ਯਾਦ ਕਰਨਾ ਤੁਸੀਂ ਜੀ, रथ एक टाफी। ठीक है जी, ये शब्द याद करो जी। इस दे नाल तुसीं सारे ही की कर सकते हो जी, याद कर सकते हो जी। रारे तो की पैंदा जी? रारे तो रैटिनल पैंदा, आ देखो रैटिनल। ठीक है जी, ये विटामिन ए हो गया जी। तत्थे तो की पैंदा जी? थाइमन। ईडी तो की पैंदा जी? ए तो असकार्बिक हो गया जी। उस बाद कक्के तो की पैंदा जी? कैल्सीफोराल। ठीक है जी, उस बाद टैंके तो की पैंदा जी? टैकोफेराल। तो उस तो बाद की रह गया अपने कोल जी? फफे तो की पैंदा जी? फिलोकिबनोन।
ਕੀ ਬਣਾਉਣ ਲਿਖਤੇ ਸਾਰੇ ਜੀ। ਤਾਂ ਜਿਹੜਾ ਪਹਿਲੇ ਨੰਬਰ 'ਤੇ ਆਇਆ ਉਹ ਵਿਟਾਮਿਨ ਏ ਹੈ, ਜਿਹੜਾ ਦੂਜੇ 'ਤੇ ਆਇਆ ਵਿਟਾਮਿਨ ਬੀ ਹੈ, ਤੀਜੇ 'ਤੇ ਆਇਆ ਵਿਟਾਮਿਨ ਸੀ ਹੈ, ਅਤੇ ਚੌਥੇ 'ਤੇ ਆਇਆ ਵਿਟਾਮਿਨ ਡੀ ਹੈ, ਅਤੇ ਪੰਜਵੇਂ 'ਤੇ ਆਇਆ ਵਿਟਾਮਿਨ ਬੋਲੋ ਈ ਹੈ, ਅਤੇ ਜਿਹੜਾ ਛੇਵੇਂ 'ਤੇ ਆਇਆ ਵਿਟਾਮਿਨ ਕੇ ਹੈ। ਠੀਕ ਹੈ, ਵਿਟਾਮਿਨ ਕੀ ਹੈ ਜੀ, ਕੇ ਹੈ। ਯਾਦ ਰੱਖਿਓ ਵਿਟਾਮਿਨ ਕੇ। ਠੀਕ ਹੈ ਜੀ। ਤਾਂ ਇਸ ਜਿਹੜੀ ਇਹ ਟ੍ਰਿਕ ਹੈ ਜੀ, ਰੱਥ ਏਕ ਟੋਫੀ, ਇਸ ਨਾਲ ਤੁਸੀਂ ਵਿਟਾਮਿਨਾਂ ਦੇ ਸਾਰੇ ਰਸਾਇਣਿਕ ਨਾਮ ਯਾਦ ਕਰ ਸਕਦੇ ਹੋ ਜੀ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਵਿਟਾਮਿਨ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਤਾਂ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ।